YouTube ਚੈਨਲ ਪੰਜਾਬੀ ਜਰਨੀ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਅੱਜ ਅਸੀਂ 8ਵੀਂ ਜਮਾਤ ਦਾ ਪਾਠ ਪੜਾਂਗੇ, ਪਾਠ ਨੰਬਰ 11 ਸ਼ਹਿਦ ਦੀਆਂ ਮੱਖੀਆਂ, ਜਿਹਦੇ ਲੇਖਕ ਨੇ ਪਵਨ ਕੁਮਾਰ ਜੀ। ਔਰ ਇਹ ਤੁਹਾਨੂੰ ਪੂਰਾ ਪਾਠ ਜਿਹੜਾ ਤੇ ਨਾਲ ਪ੍ਰਸ਼ਨ ਉੱਤਰ ਵੀ ਇਸ ਦੇ ਵਿੱਚ ਮਿਲਣਗੇ, ਜੋ ਤੁਸੀਂ ਆਪਣੀ ਵੀਡੀਓ ਰੋਕ ਕੇ ਜਾਂ ਉਹਦਾ ਸਕਰੀਨਸ਼ਾਟ ਲੈ ਕੇ ਆਪਣੇ ਜਿਹੜੇ ਕੁਐਸਚਨ ਆ ਉਹਨਾਂ ਨੂੰ ਕੰਪਲੀਟ ਆਪਣੀਆਂ ਕਾਪੀਆਂ ਤੇ ਉਤਾਰ ਸਕਦੇ ਹੋ। ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਤਾਂ ਜੋ ਅਗਲੀ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡੇ YouTube ਦੇ ਵਿੱਚ ਮਿਲ ਜਾਣ। ਪਾਠ ਨੰਬਰ 11 ਸ਼ਹਿਦ ਦੀਆਂ ਮੱਖੀਆਂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸ਼ਹਿਦ ਦੀਆਂ ਮੱਖੀਆਂ ਸਾਡੇ ਲਈ ਸ਼ਹਿਦ ਤਿਆਰ ਕਰਦੀਆਂ ਨੇ, ਔਰ ਅਸੀਂ ਉਸ ਨੂੰ ਆਪਣੇ ਤਰੀਕੇ ਨਾਲ ਅਲੱਗ-ਅਲੱਗ ਚੀਜ਼ਾਂ ਵਿੱਚ ਵਰਤੋਂ ਕਰਦੇ ਹਾਂ ਤੇ ਉਹ ਸਾਡੇ ਮੈਡੀਸਿਨ ਦੇ ਵਿੱਚ ਵੀ ਪ੍ਰਯੋਗ ਹੁੰਦਾ। ਚਲੋ ਆਪਾਂ ਇਸ ਲੈਸਨ ਰਾਹੀਂ ਸਮਝਦੇ ਹਾਂ ਕਿ ਸ਼ਹਿਦ ਦੀਆਂ ਮੱਖੀਆਂ ਦੇ ਬਾਰੇ ਚ ਇਹ ਚ ਕੀ ਜਾਣਕਾਰੀ ਹੈ। ਤਾਂ ਇਹ ਸ਼ੁਰੂ ਹੁੰਦਾ ਜੀ ਪਾਠ। ਸ਼ਹਿਦ ਦੀਆਂ ਮੱਖੀਆਂ ਇੱਕ ਪਰਿਵਾਰ ਦੇ ਜੀ ਵਾਂਗ ਰਲ ਮਿਲ ਕੇ ਰਹਿੰਦੀਆਂ ਹਨ। ਪੰਜਾਬ ਵਿੱਚ ਇਹਨਾਂ ਨੂੰ ਡੂਮਣਾ, ਮਖੀਲ ਜਾਂ ਮਠਾਖੀ ਵੀ ਕਹਿੰਦੇ ਹਨ। ਇਹ ਸਾਰੀਆਂ ਦੇਸੀ ਮੱਖੀਆਂ ਹਨ। ਸ਼ਹਿਦ ਦੀਆਂ ਮੱਖੀਆਂ ਨੂੰ ਵਪਾਰਕ ਪੱਧਰ ਤੇ ਪਾਲਿਆ ਵੀ ਜਾਂਦਾ ਹੈ। ਵਪਾਰਕ ਪੱਧਰ ਦਾ ਮਤਲਬ ਹੈ ਕਿ ਇਹਨੂੰ ਬਿਜ਼ਨਸ ਵਾਸਤੇ ਪਾਲਿਆ ਜਾਂਦਾ ਤੇ ਇਸ ਪ੍ਰਕਾਰ ਦੇ ਇਹ ਅਨੇਕਾਂ ਲੋਕਾਂ ਦੇ ਰੁਜ਼ਗਾਰ ਦਾ ਸਾਧਨ ਬਣਦੀਆਂ ਹਨ। ਰੁਜ਼ਗਾਰ ਦਾ ਸਾਧਨ ਬਣਨਾ ਯਾਨੀ ਕਿ ਰੋਟੀ ਪਾਣੀ ਦਾ ਇੱਕ ਵਸੀਲਾ ਬਣ ਜਾਣਾ। ਪਾਲੀਆਂ ਜਾਣ ਵਾਲੀਆਂ ਮੱਖੀਆਂ ਨੂੰ ਇਟਾਲੀਅਨ ਮੱਖੀਆਂ ਕਹਿੰਦੇ ਹਨ, ਕਿਉਂਕਿ ਮੂਲ ਰੂਪ ਵਿੱਚ ਇਹ ਮੱਖੀਆਂ ਕਿਸੇ ਸਮੇਂ ਇਟਲੀ ਤੋਂ ਲਿਆਂਦੀਆਂ ਗਈਆਂ ਸਨ। ਇੱਥੇ ਇਟਲੀ ਇੱਕ ਦੇਸ਼ ਦਾ ਨਾਮ ਹੈ। ਇਹਨਾਂ ਨੂੰ ਬਕਸਿਆਂ ਵਿੱਚ ਪਾਲਿਆ ਜਾਂਦਾ ਹੈ। ਸ਼ਹਿਦ ਦੇ ਇੱਕ ਬਕਸੇ ਤੋਂ ਸਾਲ ਵਿੱਚ 20 ਤੋਂ 40 ਕਿਲੋ ਤੱਕ ਸ਼ਹਿਦ ਪ੍ਰਾਪਤ ਕੀਤਾ ਜਾ ਸਕਦਾ ਹੈ। ਮਖੀਲ ਦੀਆਂ ਮੱਖੀਆਂ ਆਕਾਰ ਵਿੱਚ ਇਹਨਾਂ ਤੋਂ ਸਭ ਤੋਂ ਛੋਟੀਆਂ ਹੁੰਦੀਆਂ ਹਨ। ਇਹ ਆਪਣਾ ਛੱਤਾ ਝਾੜੀਆਂ ਜਾਂ ਨੀਵੇਂ ਦਰਖਤਾਂ ਦੀਆਂ ਪਤਲੀਆਂ ਟਾਹਣੀਆਂ ਨਾਲ ਲਾਉਂਦੀਆਂ ਹਨ। ਡੂਮਣਾ ਆਪਣਾ ਛੱਤਾ ਉੱਚੇ ਦਰਖਤਾਂ ਤੇ ਮੋਟਿਆਂ ਟਾਹਣੀਆਂ ਦੇ ਉੱਤੇ ਲਾਉਂਦਾ ਹੈ। ਉੱਚੀਆਂ ਛੱਤਾਂ ਨਾਲ ਪਿੱਪਲ ਅਤੇ ਬੋਹੜ ਆਦਿ ਦੇ ਦਰਖਤਾਂ ਨਾਲ ਵੀ ਇਹ ਆਪਣਾ ਛੱਤਾ ਵਾ। ਲੱਡੂ ਮੱਖੀ ਜਾਂ ਪਹਾੜੀ ਮੱਖੀ ਵੀ ਸ਼ਹਿਦ ਦੀਆਂ ਮੱਖੀਆਂ ਦੀ ਇੱਕ ਕਿਸਮ ਹੈ। ਇਹ ਆਪਣਾ ਛੱਤਾ ਜੋ 5-10 ਛੋਟੇ ਛੱਤਿਆਂ ਦਾ ਸਮੂਹ ਹੁੰਦਾ ਹੈ। ਦਰਖਤ ਦੀਆਂ ਖੋੜਾਂ, ਦਰਖਤ ਦੀ ਖੋੜ ਹੁੰਦੀ ਜਿੱਥੇ ਉਹ ਖਾਲੀ ਜੀ ਜਗ੍ਹਾ ਬਚਦੀ ਹੈ, ਖਾਲੀ ਜਗ੍ਹਾ ਹੋ ਜਾਂਦੀ ਹੈ ਦਰਖਤ ਦੇ ਵਿੱਚ, ਹਨੇਰੇ ਕਮਰਿਆਂ ਜਾਂ ਦੀਵਾਰ ਦੇ ਵਿਚਕਾਰ ਬਣਾਉਂਦੀਆਂ ਹਨ। ਪਹਾੜੀ ਇਲਾਕਿਆਂ ਵਿੱਚ ਲੋਕਾਂ ਨੇ ਆਪਣੇ ਘਰਾਂ ਵਿੱਚ ਬਕਸੇ ਨੂੰਮਾ ਛੋਟੇ ਪੱਕੇ ਖਾਨੇ ਬਣਾਏ ਹੁੰਦੇ ਹਨ, ਜਿਨ੍ਹਾਂ ਵਿੱਚ ਲੱਡੂ ਮੱਖੀ ਜਿਹੜੀ ਹੈ ਉਹ ਆਪਣੇ ਛੱਤੇ ਬਣਾਉਂਦੀ ਹੈ। ਵਪਾਰਕ ਪੱਧਰ ਤੇ ਇਟਾਲੀਅਨ ਮੱਖੀਆਂ ਨੂੰ ਬਕਸਿਆਂ ਵਿੱਚ ਪਾਲਿਆ ਜਾਂਦਾ ਹੈ। ਇੱਕ ਰਾਣੀ ਮੱਖੀ ਦੇ ਪਰਿਵਾਰ ਨੂੰ ਇੱਕ ਕਲੋਨੀ ਆਖਿਆ ਜਾਂਦਾ ਹੈ। ਇੱਕ ਬਕਸੇ ਵਿੱਚ ਉਸ ਦੇ ਆਕਾਰ ਅਨੁਸਾਰ ਕੁਝ ਹਜ਼ਾਰ ਤੋਂ ਲੈ ਕੇ 2500 ਤੱਕ ਮੱਖੀਆਂ ਹੋ ਸਕਦੀਆਂ ਹਨ। ਆਮ ਤੌਰ ਤੇ ਸਾਰੀਆਂ ਮੱਖੀਆਂ ਮਾਦਾ ਕਾਮਾ ਮੱਖੀਆਂ ਹੁੰਦੀਆਂ ਹਨ। ਮਾਦਾ ਹੁੰਦੀਆਂ ਤਾਂ ਮਾਦਾ ਨੇ, ਯਾਨੀ ਕਿ ਇਸਤਰੀ ਰੂਪ ਦੇ ਵਿੱਚ ਹੁੰਦੀਆਂ, ਨਾਲ ਹੀ ਉਹ ਕਾਮਾ ਮੱਖੀਆਂ ਯਾਨੀ ਕਿ ਕੰਮ ਕਰਨ ਵਾਲੀਆਂ। ਇਹ ਮਾਦਾ ਕਾਮਾ ਮੱਖੀਆਂ ਛੱਤੇ ਨੂੰ ਸਵਾਰਨ, ਸਾਫ਼ ਰੱਖਣ, ਬੱਚਿਆਂ ਨੂੰ ਭੋਜਨ ਦੇਣ, ਬਾਹਰ ਤੋਂ ਸ਼ਹਿਦ ਲਿਆਉਣ ਅਤੇ ਛੱਤੇ ਦੀ ਰਖਵਾਲੀ ਕਰਨ ਵਰਗੇ ਕੰਮ ਕਰਦੀਆਂ ਹਨ। ਕਾਮਾ ਮੱਖੀਆਂ ਦੀ ਉਮਰ 2 ਤੋਂ 3 ਮਹੀਨੇ ਤੱਕ ਦੀ ਹੁੰਦੀ ਹੈ। ਛੱਤੇ ਵਿੱਚ ਇੱਕ ਮਾਦਾ ਰਾਣੀ ਮੱਖੀ ਹੁੰਦੀ ਹੈ, ਜੋ ਆਕਾਰ ਵਿੱਚ ਬਾਕੀ ਮਾਦਾ ਕਾਮਾ ਮੱਖੀਆਂ ਨਾਲੋਂ ਥੋੜੀ ਲੰਮੀ ਹੁੰਦੀ ਹੈ। ਇਸ ਦੀ ਉਮਰ 2 ਤੋਂ 3 ਸਾਲ ਤੱਕ ਹੋ ਸਕਦੀ ਹੈ। ਤਾਂ ਤੁਸੀਂ ਦੇਖੋ ਵੀ 2-3 ਮਹੀਨੇ ਕੋਈ ਮੱਖੀ ਰਹਿੰਦੀ ਹੈ, ਲੇਕਿਨ ਰਾਣੀ ਮੱਖੀ ਦੀ ਉਮਰ ਜਿਹੜੀ 2 ਤੋਂ 3 ਸਾਲ ਤੱਕ ਹੋ ਸਕਦੀ ਹੈ। ਇੱਕ ਛੱਤੇ ਵਿੱਚ ਇੱਕ ਹੀ ਰਾਣੀ ਮੱਖੀ ਹੁੰਦੀ ਹੈ। ਰਾਣੀ ਮੱਖੀ ਆਂਡੇ ਦੇਣ ਦਾ ਕੰਮ ਕਰਦੀ ਹੈ। ਇਹ ਇੱਕ ਦਿਨ ਵਿੱਚ 3000 ਤੱਕ ਆਂਡੇ ਦੇ ਦਿੰਦੀ ਹੈ। ਇਹ ਮੱਖੀਆਂ ਜੀਵ ਜਗਤ ਦੇ ਆਰਥੋਪੋਡਾ ਜਾਂ ਜੁੜੀਆਂ ਲੱਤਾਂ ਵਾਲੇ ਜੀਵ ਵਰਗ ਨਾਲ ਸੰਬੰਧ ਰੱਖਦੀਆਂ ਹਨ। ਜੁੜੀਆਂ ਲੱਤਾਂ ਜਿਨ੍ਹਾਂ ਦੇ ਪੇਟ ਦੇ ਹੇਠਾਂ ਜਿੰਨੀਆਂ ਵੀ ਲੱਤਾਂ ਹੋਣ ਉਹ ਜੁੜੀਆਂ ਹੋਈਆਂ ਹੋਣ, ਜਿਵੇਂ ਕਣੇ ਦੀਆਂ ਹੁੰਦੀਆਂ, ਤਾਂ ਉਹ ਆਰਥੋਪੋਡਾ ਦੇ ਵਿੱਚ ਆਉਂਦੀ ਹੈ। ਇਹਨਾਂ ਦੀਆਂ 6 ਲੱਤਾਂ ਹੁੰਦੀਆਂ ਹਨ ਜੋ ਧੜ ਨਾਲ ਇੱਕ ਥਾਂ ਤੋਂ ਜੁੜੀਆਂ ਹੁੰਦੀਆਂ ਹਨ। ਇਹਨਾਂ ਦਾ ਜੀਵਨ ਚੱਕਰ ਬਾਕੀ ਜੀਵਾਂ ਨਾਲੋਂ ਭਿੰਨ ਹੁੰਦਾ ਹੈ। ਇਹਨਾਂ ਦੇ ਆਂਡਿਆਂ ਵਿੱਚੋਂ ਨਿਕਲਣ ਵਾਲੇ ਬੱਚੇ ਆਪਣੇ ਮਾਂ-ਬਾਪ ਵਰਗੇ ਨਹੀਂ ਹੁੰਦੇ। ਰਾਣੀ ਮੱਖੀ ਦੁਆਰਾ ਦਿੱਤੇ ਆਂਡਿਆਂ ਵਿੱਚੋਂ ਛੋਟੀ ਜਿਹੀ ਸੁੰਡੀ ਨਿਕਲਦੀ ਹੈ, ਜਿਸ ਨੂੰ ਲਾਰਵਾ ਕਹਿੰਦੇ ਹਨ। ਕਾਮਾ ਮੱਖੀਆਂ ਆਪਣੇ ਸਰੀਰ ਵਿੱਚ ਇੱਕ ਖਾਸ ਪ੍ਰਕਾਰ ਦਾ ਰਸ ਪੈਦਾ ਕਰਦੀਆਂ, ਜਿਸ ਨੂੰ ਰਾਇਲ ਜੈਲੀ ਕਹਿੰਦੇ ਹਨ। ਰਾਇਲ ਜੈਲੀ ਇੱਕ ਜੈਲੀ ਜੇ ਟਾਈਪ ਦਾ ਪਦਾਰਥ ਹੈ। तो लार्वा ਨੂੰ ਪਹਿਲੇ 2 ਦਿਨ ਖਾਣ ਲਈ ਰਾਇਲ ਜੈਲੀ ਦਿੱਤੀ ਜਾਂਦੀ ਹੈ। ਰਾਣੀ ਮੱਖੀ ਵੀ ਰਾਇਲ ਜੈਲੀ ਹੀ ਖਾਂਦੀ ਹੈ, ਜਦੋਂ ਕਿ ਬਾਕੀ ਕਾਮਾ ਮੱਖੀਆਂ ਸ਼ਹਿਦ ਅਤੇ ਪਰਾਗ ਕਣ ਖਾਂਦੀਆਂ ਹਨ। 2 ਦਿਨ ਰਾਇਲ ਜੈਲੀ ਦੇਣ ਤੋਂ ਬਾਅਦ ਲਾਰਵਾ ਨੂੰ ਸਧਾਰਨ ਸ਼ਹਿਦ ਦਿੱਤਾ ਜਾਂਦਾ ਹੈ। ਕੁਝ ਦਿਨਾਂ ਵਿੱਚ ਇਹ ਆਕਾਰ ਵੱਧ ਜਾਂਦਾ ਹੈ, ਫਿਰ ਇਹ ਖਾਣਾ ਛੱਡ ਦਿੰਦੀ ਹੈ। ਇਸ ਦੇ ਸੈੱਲ ਨੂੰ ਉੱਪਰ ਤੋਂ ਸੀਲ ਕਰ ਦਿੱਤਾ ਜਾਂਦਾ ਹੈ।
ਇਸ ਅਵਸਥਾ ਨੂੰ ਪਿਊਪਾ ਅਵਸਥਾ ਕਹਿੰਦੇ ਹਨ ਅਤੇ ਅੰਦਰ ਵਾਲੀ ਸੁੰਡੀ ਨੂੰ ਪਿਊਪਾ। ਪਿਊਪਾ ਅਵਸਥਾ ਵਿੱਚ ਸੁੰਡੀ ਦੇ ਸਰੀਰ ਵਿੱਚ ਹੈਰਾਨੀਜਨਕ ਤਬਦੀਲੀ ਹੁੰਦੀ ਹੈ ਅਤੇ ਇਹ ਸੁੰਡੀ ਤੋਂ ਸ਼ਹਿਦ ਦੀ ਮੱਖੀ ਦੇ ਰੂਪ ਵਿੱਚ ਪਰਿਵਰਤਿਤ ਹੋ ਜਾਂਦੀ ਹੈ। ਜਦੋਂ ਸੈੱਲ ਨੂੰ ਖੋਲ੍ਹਿਆ ਜਾਂਦਾ ਹੈ ਤਾਂ ਨਵੀਂ ਕਾਮਾ ਮੱਖੀ ਬਾਹਰ ਆ ਜਾਂਦੀ ਹੈ। ਇਹ ਕਾਮਾ ਮੱਖੀ ਅਜੇ ਆਕਾਰ ਵਿੱਚ ਬਾਕੀਆਂ ਨਾਲੋਂ ਥੋੜੀ ਛੋਟੀ ਹੁੰਦੀ ਹੈ, ਇਸ ਲਈ ਕੁਝ ਦਿਨ ਇਹ ਛੱਤੇ ਦੇ ਸੈੱਲਾਂ ਨੂੰ ਸਾਫ਼ ਕਰਨ ਅਤੇ ਲਾਰਵਾ ਨੂੰ ਭੋਜਨ ਖਵਾਉਣ ਦਾ ਕੰਮ ਕਰਦੀ ਹੈ। ਜੀਵਨ ਦੇ ਬਾਕੀ ਦਿਨਾਂ ਵਿੱਚ ਇਹ ਫੁੱਲਾਂ ਤੋਂ ਸ਼ਹਿਦ ਇਕੱਠਾ ਕਰਕੇ ਕੰਮ ਕਰਦੀ ਹੈ। ਸ਼ਹਿਦ ਇਕੱਠਾ ਕਰਨ ਦੇ ਕੰਮ ਦੇ ਵਿੱਚ ਲੱਗੀ ਰਹਿੰਦੀ ਹੈ। ਮੱਖੀਆਂ ਨੂੰ ਆਪਣੇ ਬਕਸੇ ਦੀ ਪਹਿਚਾਣ ਹੁੰਦੀ ਹੈ। ਇਹ ਆਪਣੇ ਬਕਸੇ ਵਿੱਚ ਹੀ ਵਾਪਸ ਆਉਂਦੀਆਂ ਹਨ। ਬਕਸੇ ਦੇ ਦੁਆਰ ਤੇ ਰਖਵਾਲੀ ਕਰਨ ਵਾਲੀਆਂ ਮੱਖੀਆਂ ਪਹਿਰਾ ਦਿੰਦੀਆਂ ਹਨ। ਉਹ ਬਾਹਰੀ ਮੱਖੀ ਨੂੰ ਅੰਦਰ ਆਉਣ ਤੋਂ ਰੋਕਦੀਆਂ ਹਨ, ਪਰ ਜੇਕਰ ਕੋਈ ਮੱਖੀ ਬਾਹਰ ਤੋਂ ਸ਼ਹਿਦ ਲੈ ਕੇ ਆਵੇ ਤਾਂ ਉਸ ਨੂੰ ਆਉਣ ਦਿੰਦੀਆਂ ਹਨ। ਅਕਸਰ ਕਮਜ਼ੋਰ ਛੱਤਿਆਂ ਉੱਤੇ ਬਾਹਰੀ ਮੱਖੀਆਂ ਹਮਲਾ ਕਰਕੇ ਉਹਨਾਂ ਦਾ ਸ਼ਹਿਦ ਚੂਸ ਲੈਂਦੀਆਂ ਹਨ। ਇਸ ਦੌਰਾਨ ਛੱਤੇ ਦੀਆਂ ਸਾਰੀਆਂ ਮੱਖੀਆਂ ਹਮਲਾਵਰ ਮੱਖੀਆਂ ਦਾ ਡਟ ਕੇ ਮੁਕਾਬਲਾ ਕਰਦੀਆਂ ਹਨ। ਇਹਨਾਂ ਹਮਲਿਆਂ ਵਿੱਚ ਮੱਖੀਆਂ ਦਾ ਬਹੁਤ ਜਾਨੀ ਨੁਕਸਾਨ ਹੁੰਦਾ ਹੈ। ਜਾਨੀ ਨੁਕਸਾਨ ਹੋਣਾ ਮਤਲਬ ਕਾਫੀ ਸਾਰੀਆਂ ਮਰ ਜਾਂਦੀਆਂ। ਕਮਜ਼ੋਰ ਛੱਤੇ ਵਾਲੀਆਂ ਮੱਖੀਆਂ ਮਾਰੀਆਂ ਜਾਂਦੀਆਂ ਹਨ। ਮੱਖੀਆਂ ਸ਼ਹਿਦ ਇਕੱਠਾ ਕਰਨ ਲਈ 2 ਤੋਂ 3 ਕਿਲੋਮੀਟਰ ਦੇ ਘੇਰੇ ਤੱਕ ਸ਼ਹਿਦ ਦੀ ਭਾਲ ਕਰਦੀਆਂ ਹਨ ਅਤੇ ਛੱਤੇ ਵਿੱਚ ਵਾਪਸ ਆ ਕੇ ਬਾਕੀ ਕਾਮਾ ਮੱਖੀਆਂ ਨੂੰ ਇਸ ਸਥਾਨ ਦੀ ਦੂਰੀ ਅਤੇ ਦਿਸ਼ਾ ਬਾਰੇ ਵੀ ਦੱਸਦੀਆਂ ਹਨ। ਅਜਿਹਾ ਕਰਨ ਲਈ ਉਹ ਇੱਕ ਛੱਤੇ ਉੱਪਰ ਆਪਣੇ ਆਠੇ ਦੇ ਆਕਾਰ ਦੇ ਵਿੱਚ ਘੁੰਮਦੀਆਂ ਹਨ। ਇਹ ਆਠੇ ਦਾ ਆਕਾਰ ਜਿੰਨਾ ਵੱਡਾ ਹੁੰਦਾ ਹੈ, ਫੁੱਲਾਂ ਦਾ ਸਥਾਨ ਉਨਾ ਹੀ ਦੂਰ ਹੁੰਦਾ ਹੈ। ਮੱਖੀਆਂ ਦੇ ਮੂੰਹ ਦੇ ਅਲੱਗ-ਅਲੱਗ ਹਿੱਸੇ ਹੁੰਦੇ ਹਨ। ਅੰਦਰਲੇ ਹਿੱਸੇ ਵਿੱਚ ਜੀਭ ਇੱਕ ਪਾਈਪ ਵਰਗੀ ਹੁੰਦੀ ਹੈ। ਇਸ ਨਾਲ ਇਹ ਫੁੱਲਾਂ ਵਿੱਚੋਂ ਰਸ ਚੂਸਦੀਆਂ ਹਨ, ਬਿਲਕੁਲ ਉਵੇਂ ਜਿਵੇਂ ਅਸੀਂ ਕਿਸੇ ਪਾਈਪ ਦੁਆਰਾ ਬੋਤਲ ਵਿੱਚੋਂ ਜੂਸ ਜਾਂ ਸੋਡਾ ਪੀਂਦੇ ਹਾਂ। ਜਦੋਂ ਇਹ ਉਸ ਰਸ ਨੂੰ ਪਚਾਉਂਦੀਆਂ ਹਨ ਤਾਂ ਕਈ ਪ੍ਰਕਾਰ ਦੇ ਐਂਜ਼ਾਈਮ ਇਸ ਵਿੱਚ ਮਿਲ ਜਾਂਦੇ ਹਨ। ਛੱਤੇ ਵਿੱਚ ਪਹੁੰਚ ਕੇ ਇਸ ਰਸ ਨੂੰ ਸੈੱਲਾਂ ਉੱਪਰ ਉਗਲ ਦਿੱਤਾ ਜਾਂਦਾ ਹੈ। ਮੱਖੀਆਂ ਆਪਣੇ ਖੰਭਾਂ ਨੂੰ ਫੜਫੜਾ ਕੇ ਉਗਲੇ ਹੋਏ ਰਸ ਵਿੱਚੋਂ ਪਾਣੀ ਉਡਾਉਂਦੀਆਂ ਹਨ। ਇਸ ਤਰ੍ਹਾਂ ਸ਼ਹਿਦ ਬਣ ਜਾਂਦਾ ਹੈ। ਤਾਂ ਤੁਸੀਂ ਦੇਖਿਆ ਬੱਚਿਓ, ਸ਼ਹਿਦ ਬਣਾਉਣਾ ਕਿੰਨਾ ਔਖਾ ਹੈ ਮੱਖੀ ਦੇ ਵਾਸਤੇ ਔਰ ਕਿੰਨੀ ਮਿਹਨਤ ਕਰਦੀ ਹੈ। ਸ਼ਹਿਦ ਵਿੱਚ ਪਾਣੀ, ਕਾਰਬੋਹਾਈਡਰੇਟਸ, ਪਰਾਗਕਣ, ਐਂਜ਼ਾਈਮ ਆਦਿ ਹੁੰਦੇ ਹਨ। ਸ਼ਹਿਦ ਗਾੜਾ ਹੋਣ ਅਤੇ ਸੈੱਲ ਭਰ ਜਾਣ ਤੇ ਸੈੱਲਾਂ ਨੂੰ ਮੋਮ ਨਾਲ ਬੰਦ ਕਰ ਦਿੱਤਾ ਜਾਂਦਾ ਹੈ। ਬਸੰਤ ਰੁੱਤ ਅਤੇ ਫੁੱਲਾਂ ਦੇ ਮੌਸਮ ਵਿੱਚ ਸ਼ਹਿਦ ਕਾਫੀ ਮਾਤਰਾ ਵਿੱਚ ਹੁੰਦਾ ਹੈ। ਇਸ ਲਈ ਛੱਤਿਆਂ ਵਿੱਚ ਵੀ ਕਾਫੀ ਸ਼ਹਿਦ ਹੁੰਦਾ ਹੈ। ਉਦੋਂ ਰਾਣੀ ਮੱਖੀ ਵੀ ਵੱਧ ਆਂਡੇ ਦਿੰਦੀ ਹੈ, ਜਿਸ ਕਾਰਨ ਮੱਖੀਆਂ ਦੀ ਸੰਖਿਆ ਕਾਫੀ ਵੱਧ ਜਾਂਦੀ ਹੈ। ਇਸ ਦੌਰਾਨ ਕੁਝ ਕਾਮਾ ਮੱਖੀਆਂ ਆਕੀ ਹੋ ਕੇ ਯਾਨੀ ਕਿ ਦੁਖੀ ਹੋ ਕੇ ਭੀੜ ਜ਼ਿਆਦਾ ਹੋਣ ਕਰਕੇ ਨਵੀਂ ਰਾਣੀ ਮੱਖੀ ਤਿਆਰ ਕਰ ਲੈਂਦੀਆਂ ਹਨ। ਅਜਿਹਾ ਕਰਨ ਲਈ ਛੱਤੇ ਤੋਂ ਦੂਰ ਦੇ ਇਲਾਕੇ ਵਿੱਚ ਜਿੱਥੇ ਰਾਣੀ ਮੱਖੀ ਬਹੁਤ ਘਟ ਜਾਂਦੀ ਹੋਵੇ, ਇੱਕ ਰਾਣੀ ਸੈੱਲ ਬਣਾਇਆ ਜਾਂਦਾ ਹੈ ਜੋ ਦੂਜੇ ਸੈੱਲਾਂ ਨਾਲੋਂ ਮਜ਼ਬੂਤ ਅਤੇ ਵੱਡਾ ਹੁੰਦਾ ਹੈ। ਇਸ ਵਿੱਚ ਆਂਡਾ ਲਿਆ ਕੇ ਰੱਖਿਆ ਜਾਂਦਾ ਹੈ ਅਤੇ ਆਂਡੇ ਵਿੱਚੋਂ ਨਿਕਲਣ ਵਾਲੇ ਲਾਰਵਾ ਨੂੰ ਰਾਇਲ ਜੈਲੀ ਦਿੱਤੀ ਜਾਂਦੀ ਹੈ। ਲਾਰਵਾ ਤੋਂ ਪਿਊਪਾ ਅਵਸਥਾ ਤੱਕ ਇਹ ਰਾਇਲ ਜੈਲੀ ਹੀ ਖਾਂਦਾ ਹੈ। ਰਾਇਲ ਜੈਲੀ ਖਾਣ ਕਾਰਨ ਇਹ ਆਕਾਰ ਵਿੱਚ ਵੱਧ ਜਾਂਦਾ ਹੈ ਅਤੇ ਪਿਊਪਾ ਅਵਸਥਾ ਤੋਂ ਬਾਅਦ ਇਹ ਰਾਣੀ ਮੱਖੀ ਵਿੱਚ ਵਿਕਸਿਤ ਹੋ ਜਾਂਦਾ ਹੈ। ਮਖੱਟੂਆਂ ਦੇ ਮੂੰਹ ਵਿੱਚ ਚੂਸਣ ਵਾਲੇ ਅੰਗ ਨਹੀਂ ਹੁੰਦੇ। ਹੁਣ ਮਖੱਟੂ ਕੌਣ ਹੈ? ਮਖੱਟੂ ਉਹ ਮੱਖੀਆਂ ਨੇ ਜੋ ਕਿ ਸ਼ਹਿਦ ਨਹੀਂ ਲਿਆ ਸਕਦੀਆਂ, ਪਰ ਇਹ ਉਸ ਦੀ ਰਾਖੀ ਕਰਦੀਆਂ ਨੇ, ਉਸ ਡੱਬੇ ਦੀ, ਉਸ ਘਰ ਦੀ। ਠੀਕ ਹੈ, ਇਸ ਲਈ ਆਪਣੇ ਭੋਜਨ ਲਈ ਉਹ ਪੂਰੀ ਤਰ੍ਹਾਂ ਨਾਲ ਕਾਮਾ ਮੱਖੀਆਂ ਤੇ ਹੀ ਨਿਰਭਰ ਹੁੰਦੀਆਂ ਹਨ। ਕਾਮਾ ਮੱਖੀਆਂ ਇਹਨਾਂ ਦੇ ਮੂੰਹ ਵਿੱਚ ਭੋਜਨ ਦਿੰਦੀਆਂ ਹਨ। ਨਵੀਂ ਰਾਣੀ ਮੱਖੀ ਕੁਝ ਦਿਨਾਂ ਬਾਅਦ ਆਪਣੇ ਨਾਲ ਹੋਰ ਕਾਮਾ ਮੱਖੀਆਂ ਨਾਲ ਲੈ ਕੇ ਉੱਡ ਜਾਂਦੀ ਹੈ ਤੇ ਨਵੀਂ ਜਗ੍ਹਾ ਤੇ ਨਵਾਂ ਛੱਤਾ ਤਿਆਰ ਕਰਦੀ ਹੈ। ਹਾਂਜੀ ਬੱਚਿਓ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਪਾਠ ਅਭਿਆਸ ਦੇ ਪ੍ਰਸ਼ਨ ਉੱਤਰ ਵੀ ਤੁਹਾਨੂੰ ਇਹਦੇ ਵਿੱਚ ਹੀ ਮਿਲਣਗੇ ਪਾਠ ਦੇ ਵਿੱਚ। ਤੇ ਚਲੋ ਆਪਾਂ ਉਹ ਸ਼ੁਰੂ ਕਰਦੇ ਹਾਂ। ਤਾਂ ਸਭ ਤੋਂ ਪਹਿਲਾ ਹੈਗਾ ਪ੍ਰਸ਼ਨ ਬਹੁ ਵਿਕਲਪੀ ਪ੍ਰਸ਼ਨ, ਜਿਹਦਾ ਮਤਲਬ ਹੁੰਦਾ ਹੈ ਕਿ ਮਲਟੀਪਲ ਚੁਆਇਸ ਦਾ, ਜਿਹਦੇ ਵਿੱਚ 2-3 ਆਨਸਰ ਦਿੱਤੇ ਹੁੰਦੇ, ਉਹਨਾਂ ਵਿੱਚੋਂ ਤੁਸੀਂ ਇੱਕ ਆਨਸਰ ਨੂੰ ਸਹੀ ਤੇ ਟਿਕ ਲਾਉਣਾ ਹੁੰਦਾ। ਤਾਂ ਸਭ ਤੋਂ ਪਹਿਲਾਂ ਊੜਾ ਹੈਗਾ, ਕੀ ਸ਼ਹਿਦ ਦੀਆਂ ਮੱਖੀਆਂ ਰਲ ਮਿਲ ਕੇ ਇੱਕ ਪਰਿਵਾਰ ਵਾਂਗ ਰਹਿੰਦੀਆਂ ਹਨ? ਇਹਦੇ 3 ਆਪਸ਼ਨ ਹੈ, ਹਾਂ ਜੀ, ਨਹੀਂ ਜੀ ਤੇ ਕਦੇ ਕਦੇ। ਤਾਂ ਸਭ ਤੋਂ ਪਹਿਲਾ ਆਨਸਰ ਇਹਦਾ ਬਿਲਕੁਲ ਸਹੀ ਹੈ, ਕੱਕਾ, ਉਹਦੇ ਅੱਗੇ ਟਿਕ ਲਗਾ ਦਿੱਤੀ ਜਾਏ। ਫਿਰ ਦੂਸਰਾ ਹੈਗਾ, ਇੱਕ ਕਲੋਨੀ ਵਿੱਚ ਸ਼ਹਿਦ ਦੀਆਂ ਮੱਖੀਆਂ ਦੀ ਲਗਭਗ ਕਿੰਨੀ ਗਿਣਤੀ ਹੁੰਦੀ ਹੈ? ਇਹਦੇ ਵਿੱਚ ਇਹਨਾਂ ਨੇ 3 ਦੱਸੇ ਨੇ ਕਿ 1000 ਹੁੰਦੀ ਹੈ, 2000 ਹੁੰਦੀ ਹੈ ਜਾਂ ਕਈ ਹਜ਼ਾਰ ਹੁੰਦੀ ਹੈ। ਤਾਂ ਆਪਾਂ ਨੇ ਪੜ੍ਹਿਆ ਸੀ ਕਿ ਮੱਖੀਆਂ ਦੀ ਗਿਣਤੀ ਇੱਕ ਕਲੋਨੀ ਵਿੱਚ ਕਈ ਹਜ਼ਾਰ ਤੱਕ ਹੋ ਸਕਦੀ ਹੈ। ਇਸੇ ਤਰੀਕੇ ਨਾਲ ਈਡੀ ਜਿਹੜਾ ਪ੍ਰਸ਼ਨ ਹੈਗਾ, ਕਾਮਾ ਮੱਖੀ ਦੀ ਉਮਰ ਕਿੰਨੀ ਹੁੰਦੀ ਹੈ? तो सब तो पहले आएगा 25 दिन, दूजा आएगा 30 दिन ते फिर तीसरा आएगा 2 तो 3 महीने। तो कामा मक्खी सानू पता कि 2 तो 3 महीने तक ही जिउंदी रह पांदी है। हाँ जी, अगला प्रश्न सस्सा, राणी मक्खी एक दिन विच लगभग किन्ने आंडे दे सकती है? तो उत्तर आएगा लगभग 100, 1000 ਜਾਂ 3000।
तो 3000 ਇਹਦਾ ਸਹੀ ਆਨਸਰ ਹੈ। ਇਸੇ ਤਰੀਕੇ ਨਾਲ ਸੱਸਾ ਹੈਗਾ ਸ਼ਹਿਦ ਦੀਆਂ ਮੱਖੀਆਂ ਪਾਲਤੂ ਮੱਖੀਆਂ ਦਾ ਠੀਕ ਨਾਂ ਕਿਹੜਾ ਹੈ, ਯਾਨੀ ਕਿ ਉਹ ਮੱਖੀਆਂ ਜਿਨ੍ਹਾਂ ਨੂੰ ਪਾਲਤੂ ਬਣਾਇਆ ਜਾ ਸਕਦਾ ਤਾਂ ਉਹ ਨਾ ਤਾਂ ਲੱਡੂ ਜਾਂ ਪਹਾੜੀ ਮੱਖੀ ਹੈ ਨਾ ਹੀ ਡੂਮਣਾ ਹੈ, ਉਹਦਾ ਨਾਮ ਹੈਗਾ ਇਟਾਲੀਅਨ ਮੱਖੀ। ਇਸ ਤੋਂ ਇਲਾਵਾ ਜਿਹੜੇ ਤੁਹਾਡੇ ਬਾਕੀ ਪ੍ਰਸ਼ਨ ਨੇ ਉਹਨਾਂ ਦੇ ਲਈ ਵੀ ਮੈਂ ਆਨਸਰ ਤੁਹਾਡੇ ਤਿਆਰ ਕੀਤੇ ਹੋਏ ਹੈ, ਚਲੋ ਉਹਨਾਂ ਨੂੰ ਪੜ੍ਹੀਏ। ਹਾਂਜੀ, ਦੂਸਰਾ ਪ੍ਰਸ਼ਨ ਹੈ ਜੀ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਇਹਦੇ ਵਿੱਚ ਪਹਿਲਾ ਪ੍ਰਸ਼ਨ ਹੈਗਾ ਵਪਾਰਿਕ ਤੌਰ ਤੇ ਪਾਲੀਆਂ ਜਾਣ ਵਾਲੀਆਂ ਮੱਖੀਆਂ ਦਾ ਕੀ ਨਾਂ ਹੈ, ਤੇ ਉੱਤਰ ਹੈਗਾ ਜੀ ਇਟਾਲੀਅਨ ਮੱਖੀਆਂ। ਦੂਸਰਾ ਪ੍ਰਸ਼ਨ ਹੈ ਸ਼ਹਿਦ ਦੀਆਂ ਮੱਖੀਆਂ ਦੀਆਂ ਹੋਰ ਕਿਹੜੀਆਂ-ਕਿਹੜੀਆਂ ਕਿਸਮਾਂ ਹਨ, तो ये उत्तर हैगा जी एक तो मखील दी मक्खी हुंदी है, एक डूमणे दी मक्खी ते लड्डू मक्खी हुंदी है। ठीक है जी, तो इस तो इलावा तुसीं इटालियन मक्खियां भी लिख सकते हो। प्रश्न नंबर 3 है लार्वा नूं प्यूपा बनने की अवस्था तक की खाण नूं दिता जाता है, तो आपां लैसन विच पढ़िया सी रॉयल जैली। इसे तरीके नाल चौथा प्रश्न है कामा मक्खी की काम करती है, तो कामा मक्खी का किहड़ा काम हुंदा? कामा मक्खी छत्ते नूं सवारन, साफ रखण अते बच्चियां ਨੂੰ ਭੋਜਨ ਦੇਣ, ਬਾਹਰੋਂ ਸ਼ਹਿਦ ਲਿਆਉਣ ਤੇ ਛੱਤੇ ਦੀ ਰਖਵਾਲੀ ਦਾ ਕੰਮ ਕਰਦੀ ਹੈ। ਹਾਂਜੀ, ਪੰਜਵਾਂ ਪ੍ਰਸ਼ਨ ਹੈ ਸ਼ਹਿਦ ਵਿੱਚ ਕੀ ਹੁੰਦਾ ਹੈ, ਤਾਂ ਆਪਾਂ ਪੜਿਆ ਸੀ ਕਿ ਸ਼ਹਿਦ ਵਿੱਚ ਪਾਣੀ, ਕਾਰਬੋਹਾਈਡਰੇਟ, ਪਰਾਗਕਣ ਤੇ ਐਂਜ਼ਾਈਮਜ਼ ਹੁੰਦੇ ਹਨ। ਪ੍ਰਸ਼ਨ ਨੰਬਰ 3 ਜਿਹਦਾ ਹੈਗਾ ਸੰਖੇਪ ਵਿੱਚ ਉੱਤਰਾਂ ਵਾਲੇ ਪ੍ਰਸ਼ਨ। संखेप विच उत्तरां दा मतलब हुंदा कि एक लाइन तो ज़्यादा लाइन दे विच आपां ने उहदा उत्तर देना हुंदा 2 3 4 लाइनां तक। तो पहला प्रश्न है कामा मक्खियां शहद बनाउण लई फुल्लां दे रस विच की मिलाउंदियां हन, तो उत्तर हैगा कामा मक्खियां शहद बनाउण लई अपने शरीर विचों बहुत सारे एंजाइम उस विच मिलाउंदियां हन। दूसरा प्रश्न है जी शहद दीयां मक्खियां दा जीवन चक्कर किहो जिहा हुंदा है। हाँ जी, ਇਹਦਾ उत्तर है जी राणी मक्खी द्वारा दिते आंडियां विचों छोटी जही सुंडी निकलती है जिस नूं लार्वा कहा जाता है। कामा मक्खियां अपने शरीर विचों कड्डी रायल जैली लार्वा नूं खाण लई दिंदियां हन। 2 दिन रायल जैली देण मगरों लार्वा नूं सधारण शहद दिता जाता है, फिर ये खाना छड्ड दिंदी है, इस दे सैल नूं उपरों सील कर दिता जाता है। इस अवस्था नूं प्यूपा अवस्था कहा जाता है ते इस दे अंदर वाली सुंडी नूं प्यूपा कहा जाता है। इस अवस्था विच सुंडी दे शरीर विच तब्दीली हुंदी है ते ਉਹ शहद दी मक्खी बन जाती है। सैल नूं खोलण ते ਇਹ मक्खी बाहर आ जाती है। अगला प्रश्न है राणी मक्खी का भोजन की है, उत्तर हैगा राणी मक्खी का भोजन रायल जैली है, वो जिंदगी भर रायल जैली ही खाती है। प्रश्न नंबर 4 शहद दीयां मक्खियां बाहरलियां हमलावर मक्खियां तो अपनी कलोनी अते शहद का बचाव किवें करदियां हन, तो उत्तर हैगा शहद दीयां मक्खियां बक्से दे द्वार ते रखवाली करदियां होइयां पहरा दिंदियां हन, ਉਹ ਬਾਹਰੀ ਮੱਖੀ ਨੂੰ ਅੰਦਰ ਆਉਣ ਤੋਂ ਰੋਕਦੀਆਂ ਹਨ। ਅਕਸਰ ਕਮਜ਼ੋਰ ਛੱਤਿਆਂ ਉੱਤੇ ਬਾਹਰੀ ਮੱਖੀਆਂ ਹਮਲਾ ਕਰਕੇ ਉਹਨਾਂ ਦਾ ਸ਼ਹਿਦ ਚੂਸ ਲੈਂਦੀਆਂ ਹਨ। ਇਸ ਦੌਰਾਨ ਛੱਤੇ ਦੀਆਂ ਸਾਰੀਆਂ ਮੱਖੀਆਂ ਹਮਲਾਵਰ ਮੱਖੀਆਂ ਦਾ ਮੁਕਾਬਲਾ ਕਰਦੀਆਂ ਹਨ। ਇਹਨਾਂ ਹਮਲਿਆਂ ਵਿੱਚ ਮੱਖੀਆਂ ਦਾ ਬਹੁਤ ਜਾਨੀ ਨੁਕਸਾਨ ਹੁੰਦਾ ਹੈ। ਕਮਜ਼ੋਰ ਛੱਤੇ ਵਾਲੀਆਂ ਮੱਖੀਆਂ ਮਾਰੀਆਂ ਜਾਂਦੀਆਂ ਹਨ। ਅਗਲਾ ਲਾਸਟ ਪ੍ਰਸ਼ਨ ਇਸ ਪਾਰਟ ਦਾ प्रश्न नंबर 5 है किहड़ी रुत विच शहद काफ़ी मात्रा विच हुंदा है, तो सानू पता है कि बसंत रुत विच बहुत ज़्यादा फुੱਲ खिड़दे है, तो इसका उत्तर हैगा बसंत रुत विच फुੱਲਾਂ दे मौसम विच शहद काफ़ी मात्रा विच छत्तियां विच आके जुड़ जाता है। हाँ जी, इस लैसन का चौथा जिहड़ा प्रश्न हैगा वड्डा कि सही शब्द चुन के खाली थावां भरो। ये खाली थावां का प्रश्न है, इहदे विच पहचान, रल मिल के, रायल जैली, कामा मक्खियां, पहाड़ी मक्खी, आर्थोपोडा आदि शब्द ने। तो सब तो पहला जिहड़ा खाली स्थान है वो देखते हैं की पर हुंदा शहद दीयां मक्खियां एक परिवार वांग डैश के रहिंदियां हन, मतलब रल मिल के रहिंदियां हन। दूसरा हैगा डैश भी शहद दीयां मक्खियां दी एक किस्म है, यानी कि पहाड़ी मक्खी भी शहद दीयां मक्खियां दी एक किस्म है। तीसरा शब्द है जी तीसरा खाली स्थान मक्खियां जीव जगत दे डैश जीव वर्ग नाल संबंध रखदियां हन। ये च आपां ने पढ़िया सी आर्थोपोडा जिहदे विच पैर जिहड़े ने जुड़े हुए हुंदे। चौथा हैगा जी लार्वा नूं पहले 2 दिन डैश खाण नूं दित्ती जांदी है, यानी कि रायल जैली खाण नूं दित्ती जांदी है। मक्खियां नूं अपने बक्से दी डैश हुंदी है, यानी कि पहचान हुंदी है। हाँ जी, 6वां खाली स्थान है नवीं राणी मक्खी कुछ दिनां बाद अपने नाल होर डैश लैके उड़ जाती है। इत्थे आएगा कामा मक्खियां लैके उड़ जाती है। अगे हैगा जी प्रश्न 5
ਵਾਕਾਂ ਵਿੱਚ ਵਰਤੋ। ਤਾਂ ਸਭ ਤੋਂ ਪਹਿਲਾ ਜਿਹੜਾ ਇਹਨਾਂ ਨੇ ਸ਼ਬਦ ਦਿੱਤਾ ਹੈ ਉਹ ਹੈ ਆਕਾਰ। ਆਕਾਰ ਦਾ ਮਤਲਬ ਹੁੰਦਾ ਸ਼ਕਲ। ਮਖੀਲ ਦੀਆਂ ਮੱਖੀਆਂ ਆਕਾਰ ਵਿੱਚ ਛੋਟੀਆਂ ਹੁੰਦੀਆਂ ਹਨ। ਇਹ ਉਹੀ ਮੱਖੀਆਂ ਜਿਹੜੀਆਂ ਸ਼ਹਿਦ ਬਣਾਉਂਦੀਆਂ, ਠੀਕ ਹੈ ਜੀ। ਦੂਸਰਾ ਹੈਗਾ ਜੀ ਜੀਵ ਜਗਤ, ਜਿਹਦਾ ਮਤਲਬ ਹੁੰਦਾ ਜੀਵਾਂ ਦੀ ਦੁਨੀਆ। ਸ਼ਹਿਦ ਦੀਆਂ ਮੱਖੀਆਂ ਜੀਵ ਜਗਤ ਦੇ ਆਰਥੋਪੋਡਾ ਵਰਗ ਨਾਲ ਸੰਬੰਧ ਰੱਖਦੀਆਂ ਹਨ। ਅਗਲਾ ਸ਼ਬਦ ਤੀਸਰਾ ਜੀ ਕਮਜ਼ੋਰ, ਜਿਹਦਾ ਹੁੰਦਾ ਮਾੜਾ ਜਾਂ ਬਲਹੀਨ। ਤੋ ਅਕਸਰ ਕਮਜ਼ੋਰ ਛੱਤਿਆਂ ਉੱਤੇ ਬਾਹਰੀ ਮੱਖੀਆਂ ਹਮਲਾ ਕਰਕੇ ਉਹਨਾਂ ਦਾ ਸ਼ਹਿਦ ਚੂਸ ਲੈਂਦੀਆਂ ਹਨ। ਚੌਥਾ ਹੈਗਾ ਜੀ ਹਮਲਾਵਰ, ਜਿਹਦਾ ਮਤਲਬ ਹੁੰਦਾ ਹਮਲਾ ਕਰਨ ਵਾਲਾ। ਛੱਤੇ ਦੀਆਂ ਮੱਖੀਆਂ ਹਮਲਾਵਰ ਮੱਖੀਆਂ ਦਾ ਡਟ ਕੇ ਮੁਕਾਬਲਾ ਕਰਦੀਆਂ ਹਨ। ਪੰਜਵਾਂ ਹੈਗਾ ਮੌਸਮ, ਜਿਹਦਾ ਮਤਲਬ ਹੁੰਦਾ ਰੁੱਤ। ਤੋਂ ਬਸੰਤ ਰੁੱਤ ਅਤੇ ਫੁੱਲਾਂ ਦੇ ਮੌਸਮ ਵਿੱਚ ਸ਼ਹਿਦ ਕਾਫੀ ਮਾਤਰਾ ਵਿੱਚ ਹੁੰਦਾ ਹੈ। ਛੇਵਾਂ ਹੈਗਾ ਜੀ ਅਵਸਥਾ, ਜਿਹਦਾ ਮਤਲਬ ਹੁੰਦਾ ਹਾਲਾਤ। ਸਾਡੇ ਦੇਸ਼ ਦੀ ਆਰਥਿਕ ਅਵਸਥਾ ਬਹੁਤ ਹੀ ਚੰਗੀ ਨਹੀਂ, ਮਤਲਬ ਹਾਲਾਤ ਜਿਹੜੇ ਪੈਸੇ ਵਾਲੇ ਸਾਡੇ ਦੇਸ਼ ਦੇ ਜ਼ਿਆਦਾ ਅੱਛੇ ਨਹੀਂ ਹੈਗੇ। ਛੇਵਾਂ ਪ੍ਰਸ਼ਨ ਹੈ ਜੀ ਵੀ ਸ਼ਬਦ ਦਿੱਤੇ ਹੋਏ ਨੇ, ਇਹਨਾਂ ਦੇ ਹਿੰਦੀ ਤੇ ਅੰਗਰੇਜ਼ੀ ਵਾਲੇ ਸ਼ਬਦ ਆਪਾਂ ਬਦਲ ਕੇ ਲਿਖਣੇ। ਸਭ ਤੋਂ ਪਹਿਲਾ ਸ਼ਬਦ ਹੈ ਪਰਿਵਾਰ। ਪਰਿਵਾਰ ਨੂੰ ਹਿੰਦੀ ਵਿੱਚ ਵੀ ਬੱਚਿਓ ਪਰਿਵਾਰ ਹੀ ਕਹਿੰਦੇ ਆ, ਪਰ ਅੰਗਰੇਜ਼ੀ ਵਿੱਚ ਅਸੀਂ ਕਹਾਂਗੇ ਫੈਮਿਲੀ। ਦੂਸਰਾ ਸ਼ਬਦ ਹੈ ਸ਼ਹਿਦ, ਜਿਹਦਾ ਹਿੰਦੀ ਦੇ ਵਿੱਚ ਰੂਪਾਂਤਰਨ ਕਰੀਏ ਤਾਂ ਬਣਦਾ ਮਧੂ, ਤੇ ਅੰਗਰੇਜ਼ੀ ਵਿੱਚ ਆਪਾਂ ਇਸ ਨੂੰ ਹਨੀ ਕਹਿੰਦੇ ਆ। ਆਂਡੇ, ਆਂਡੇ ਨੂੰ ਹਿੰਦੀ ਦੇ ਵਿੱਚ ਅੰਡੇ ਆਖਦੇ ਆ ਤੇ ਅੰਗਰੇਜ਼ੀ ਦੇ ਵਿੱਚ ਇਸ ਨੂੰ ਐਗਸ ਆਖਿਆ ਜਾਂਦਾ ਹੈ। ਫੁੱਲ, ਫੁੱਲ ਨੂੰ ਅਸੀਂ ਹਿੰਦੀ ਦੇ ਵਿੱਚ ਫੂਲ ਆਖਦੇ ਆ ਬੜੇ ਊ ਦੀ ਮਾਤਰਾ ਲਾ ਕੇ, ਪਰ ਅੰਗਰੇਜ਼ੀ ਵਿੱਚ ਅਸੀਂ ਇਸ ਨੂੰ ਫਲਾਰ ਆਖਦੇ ਆ। ਇਸੇ ਤਰੀਕੇ ਨਾਲ ਅੰਗ, ਅੰਗ ਨੂੰ ਅਸੀਂ ਹਿੰਦੀ ਦੇ ਵਿੱਚ ਵੀ ਅੰਗ ਹੀ ਕਹਾਂਗੇ, ਪਰ ਅੰਗਰੇਜ਼ੀ ਵਿੱਚ ਔਰਗਨ ਕਹਾਂਗੇ। ਇਸੇ ਤਰੀਕੇ ਨਾਲ ਸਥਾਨ, ਸਥਾਨ ਨੂੰ ਅਸੀਂ ਹਿੰਦੀ ਵਿੱਚ ਵੀ ਸਥਾਨ ਕਹਾਂਗੇ, ਪਰ ਅੰਗਰੇਜ਼ੀ ਵਿੱਚ ਅਸੀਂ ਕਹਾਂਗੇ ਪਲੇਸ। ਅਗਲਾ ਪ੍ਰਸ਼ਨ ਹੈ ਜੀ 7ਵਾਂ ਸ਼ੁੱਧ ਕਰਕੇ ਲਿਖੋ। ਤਾਂ ਅਸ਼ੁੱਧ ਤੁਹਾਨੂੰ ਸ਼ਬਦ ਦਿੱਤੇ ਹੋਏ ਆ, ਤੁਸੀਂ ਉਹਨੂੰ ਸ਼ੁੱਧ ਕਰਕੇ ਲਿਖਣਾ ਹੁੰਦਾ। ਤਾਂ ਸਭ ਤੋਂ ਪਹਿਲਾ ਸ਼ਬਦ ਹੈਗਾ ਸ਼ਹਿਦ। ਇਹਨਾਂ ਨੇ ਸ਼ਹਿਦ ਸੱਸੇ ਦੇ ਉੱਤੇ ਦੁਲਾਵਾਂ ਪਾਈਆਂ, ਜਦ ਕਿ ਸੱਸੇ ਦੇ ਉੱਤੇ ਦੁਲਾਵਾਂ ਨਹੀਂ ਪੈਂਦੀਆਂ। ਹਾਹੇ ਨੂੰ ਸਿਹਾਰੀ ਪਾ ਕੇ ਦੱਦਾ ਲੱਗਦਾ ਹੈ ਤਾਂ ਬਣ ਜਾਂਦਾ ਸ਼ਹਿਦ। ਦੂਸਰਾ ਹੈਗਾ ਰਖਵਾਲੀ, ਪਰ ਸਾਨੂੰ ਪਤਾ ਕਿ ਅਸੀਂ ਬੋਲਦੇ ਹਾਂ ਆਮ ਭਾਸ਼ਾ ਵਿੱਚ ਰਖਵਾਲੀ ਕੀਤੀ, ਤਾਂ ਰਖਵਾਲੀ ਅੱਧਕ ਲਾ ਕੇ ਇਹ ਗਲਤ ਹੋ ਗਿਆ, ਤਾਂ ਅੱਧਕ ਕੱਟ ਦਿੱਤਾ ਜਾਏਗਾ। ਇਸ ਤੋਂ ਬਾਅਦ ਤੀਸਰਾ ਸ਼ਬਦ ਹੈ ਹੈਰਾਨੀਜਨਕ। ਜਿਵੇਂ ਆਪਾਂ ਆਮ ਕਹਿੰਦੇ ਨਾ ਬੜਾ ਹੈਰਾਨ ਹੋ ਗਿਆ ਮੈਂ, ਤਾਂ ਹੈਰਾਨ ਸ਼ਬਦ ਦੀ ਬਜਾਏ ਉੱਥੇ ਹਾਹੇ ਦੇ ਉੱਤੇ ਦੁਲਾਵਾਂ ਲੱਗਦੀਆਂ ਨੇ, ਤਾਂ ਉਹ ਸ਼ਬਦ ਬਣ ਜਾਂਦਾ ਹੈਰਾਨੀਜਨਕ। ਇਸ ਤੋਂ ਬਾਅਦ ਹੈ ਪਹਿਰਾ। ਪਹਿਰਾ ਇਸ ਤਰ੍ਹਾਂ ਨਹੀਂ ਲਿਖਿਆ ਜਾਂਦਾ, ਪੱਪੇ ਦੇ ਉੱਤੇ ਦੁਲਾਵਾਂ ਨਹੀਂ ਲੱਗਦੀਆਂ, ਹਾਹੇ ਨੂੰ ਸਿਹਾਰੀ ਲੱਗਦੀ ਹੈ, ਪੱਪੇ ਦੇ ਉੱਤੇ ਕੁਝ ਨਹੀਂ ਲੱਗਦਾ। ਇਸ ਤਰ੍ਹਾਂ ਇਹ ਬਣ ਜਾਂਦਾ ਪਹਿਰਾ, ਹਾਹੇ ਨੂੰ ਸਿਹਾਰੀ ਲਾ ਕੇ। ਸ਼ੁੱਧ ਕਰਕੇ ਜਿਹੜੇ ਸ਼ਬਦ ਹੈਗੇ ਇਹਨਾਂ ਦੇ ਉੱਤੇ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ। ਪੰਜਵਾਂ ਹੈਗਾ ਗਾੜਾ। ਤਾਂ ਗਾੜਾ ਨਹੀਂ ਹੁੰਦਾ ਬੱਚਿਓ, ਆਪਾਂ ਕਹਿੰਦੇ ਇਹ ਸ਼ਰਬਤ ਬਹੁਤ ਗਾੜਾ ਹੈ। ਗਾੜੇ ਦੇ ਵਿੱਚ ਹਾੜੇ ਦੇ ਪੈਰ ਦੇ ਵਿੱਚ ਛੋਟਾ ਜਿਹਾ ਹਾਹਾ ਲੱਗਦਾ ਹੈ। ਇਸੇ ਤਰੀਕੇ ਨਾਲ ਛੇਵਾਂ ਸ਼ਬਦ ਹੈ ਪਾਈਪ। ਤਾਂ ਪਾਈਪ ਨਹੀਂ ਹੁੰਦਾ, ਉਹ ਈੜੀ ਨੂੰ ਬਿਹਾਰੀ ਲਾ ਕੇ ਪਾਈਪ ਬਣਾਉਂਦੇ ਆ, ਤਾਂ ਪਾਈਪ ਦੇ ਵਿੱਚ ਈੜੀ ਨੂੰ ਸਿਹਾਰੀ ਲੱਗੀ ਹੋਈ ਹੈ, ਇਹ ਸ਼ਬਦ ਗਲਤ ਹੈ। ਦੂਸਰਾ ਹੇਠਾਂ ਜਿਹੜਾ 8ਵਾਂ ਤੁਹਾਡਾ ਪ੍ਰਸ਼ਨ ਹੈ, ਇਹ ਵਿਰੋਧੀ ਸ਼ਬਦ ਲਿਖੋ। ਤੇ ਇਹਦੇ ਵਿੱਚ ਉੱਚਾ ਦਾ ਵਿਰੋਧੀ ਹੁੰਦਾ ਨੀਵਾਂ, ਪੱਕਾ ਦਾ ਵਿਰੋਧੀ ਹੁੰਦਾ ਕੱਚਾ, ਬਾਹਰ ਦਾ ਉਲਟਾ ਹੁੰਦਾ ਅੰਦਰ, ਸਧਾਰਨ ਦਾ ਵਿਰੋਧੀ ਸ਼ਬਦ ਹੁੰਦਾ ਅਸਧਾਰਨ। ਇਸੇ ਤਰੀਕੇ ਨਾਲ ਕਮਜ਼ੋਰ ਦਾ ਵਿਰੋਧੀ ਸ਼ਬਦ ਤਕੜਾ ਹੁੰਦਾ, ਤੇ ਨੁਕਸਾਨ ਦਾ ਵਿਰੋਧੀ ਸ਼ਬਦ ਲਾਭਦਾਇਕ ਹੁੰਦਾ ਹੈ। ਇਹ ਤੁਹਾਡੀ ਕਿਤਾਬ ਦਾ ਆਖਰੀ ਪ੍ਰਸ਼ਨ ਹੈਗਾ ਜੀ। ਇਹਦੇ ਵਿੱਚ ਲਿਖਿਆ ਹੈ ਕਿ ਸ਼ਹਿਦ ਦੀਆਂ ਮੱਖੀਆਂ ਬਾਰੇ ਜਾਣਕਾਰੀ ਦਿਓ। ਤੋ ਇਹਦੇ ਵਿੱਚ ਤੁਸੀਂ ਆਪਣੇ ਕੋਲੋਂ ਵੀ ਸ਼ਬਦ ਲਿਖ ਸਕਦੇ ਆ, ਆਪਣੇ ਕੋਲੋਂ ਵੀ ਕੁਝ ਵੀ ਲਿਖ ਸਕਦੇ ਆ ਜਿੱਦਾਂ ਤੁਸੀਂ ਸਮਝਦੇ ਹੋ, ਪਰ ਮੈਂ ਤੁਹਾਨੂੰ ਇਹਨੂੰ ਸੋਲਵ ਕਰਕੇ ਦੇ ਦਿੰਦਾ। ਤੇ ਇਹਦਾ ਉੱਤਰ ਹੈਗਾ ਸ਼ਹਿਦ ਦੀਆਂ ਮੱਖੀਆਂ ਸਾਨੂੰ ਸ਼ਹਿਦ ਦਿੰਦੀਆਂ ਹਨ। ਇਹ ਆਮ ਕਰਕੇ ਫੁੱਲਾਂ ਦੇ ਦੁਆਲੇ ਘੁੰਮਦੀਆਂ ਹਨ ਤੇ ਉਹਨਾਂ ਦਾ ਰਸ ਚੂਸਦੀਆਂ ਹਨ। ਇਹਨਾਂ ਵਿੱਚ ਛੋਟੀਆਂ ਮੱਖੀਆਂ ਵੀ ਹੁੰਦੀਆਂ ਹਨ ਅਤੇ ਵੱਡੀਆਂ ਵੀ। ਜੋ ਕੋਈ ਇਹਨਾਂ ਨੂੰ ਛੇੜਦਾ ਹੈ ਤਾਂ ਇਹ ਉਸ ਦੇ ਡੰਗ ਮਾਰਦੀਆਂ ਹਨ। ਇਹਨਾਂ ਦਾ ਡੰਗ ਜ਼ਹਿਰੀਲਾ ਹੁੰਦਾ ਹੈ, ਇਸ ਲਈ ਇਹਨਾਂ ਦੇ ਛੱਤੇ ਨੂੰ ਨਹੀਂ ਛੇੜਨਾ ਚਾਹੀਦਾ, ਨਹੀਂ ਤਾਂ ਇਹ ਮਗਰ ਪੈ ਜਾਂਦੀਆਂ ਹਨ। ਜੇ ਕੋਈ ਬੰਦਾ ਬਹੁਤ ਜ਼ਿਆਦਾ ਗਿਣਤੀ ਵਿੱਚ ਉੱਡ ਰਹੀਆਂ ਮੱਖੀਆਂ ਦੇ ਕਾਬੂ ਵਿੱਚ ਆ ਜਾਵੇ ਤਾਂ ਉਸ ਦਾ ਇਹ ਬੁਰਾ ਹਾਲ ਕਰਦੀਆਂ ਹਨ। ਜੇ ਤੁਹਾਨੂੰ ਚੈਨਲ ਦੇ ਉੱਤੇ ਇਹ ਵੀਡੀਓ ਅੱਛੀ ਲੱਗੀ ਤਾਂ ਆਪਣੇ ਕਮੈਂਟ ਜ਼ਰੂਰ ਕਰਿਓ, ਤੇ ਨਾਲ ਹੀ ਜੇ ਤੁਸੀਂ ਇਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ, ਤਾਂ ਜੋ ਅਗਲੀ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ ਜਾਣ। ਠੀਕ ਹੈ ਬੱਚਿਓ, ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਅਗਲੇ ਲੈਸਨ ਦੇ ਨਾਲ। ਓਕੇ, ਸਤਿ ਸ਼੍ਰੀ ਅਕਾਲ।